ਹੁੰਦਾ ਸੀ ਜਦੋਂ ਅਸੀਂ ਨਵੀਂ ਪਨੀਰੀ ਤਿਆਰ ਕਰ ਰਹੇ ਸੀ ਤੇ 5-6 ਸਾਲ ਬਹੁਤ तो खिडारी साहबान श्रोमणी अकाली दल का संबंधित वर्कर वीरो आए पत्रकार वीरो वाहेगुरु जी का खालसा वाहेगुरु जी की फतेह। मैं चीमा साहब तुहाडा धन्नवाद करदा कि तुसीं साडी बेनती नूं मंनदे होए भावें जिन्ने मर्जी तुहाडे अज जिवें सन तुसीं सरदार सुखबीर सिंह जी बादल दे नाल गुरद्वारा साहब नूं एक मैमोरेंडम देन जाना सी पर फिर भी तुसीं इत्थे पहुंचे जे मैं तुहाडा तहे दिलों धन्नवाद करदा हां। पंजाब के साबका मुख पार्लीमेंट सकत्तर सरदार गुरबचन सिंह जी बब्बेहाली साहब उन्हां दे नाल राजपाल कादियां तो साडी पार्टी की चोण लड़े साडे हल्का इंचार्ज सरदार गोरिंदपाल सिंह जी माहल साहब मेरे बहुत ही प्यारे अजीज बब्बेहाली साहब के बेटे एडवोकेट सरदार अमरजोत सिंह जी स्टेज के विराजमान श्री हरगोबिंदपुर तो मेरे साथी सरदार मंगल सिंह जी मेरे बड़े भाई सरदार पुरुषोत्तम सिंह चीमा जी सारिया स्टेज पे हाजिर सत्कारित शख्सियतां ते खेडां नूं प्यार करने वाले दूरों दूरों चल के आए सत्कारयोग बुजुर्गों भराओ नौजवानों प्रेस वाले सारे वीर गज वज के फतेह बुलाओ। वाहिगुरू जी का खालसा वाहिगुरू जी की फतेह। सब तो पहला मैं सरदार गुरबचन सिंह जी बब्बेहाली साहब नूं इस सारे बब्बेहाली नगर नूं नगर की पंचायत नूं ते सारे प्रबंधकों नूं दिल दीआं गहराइयां तो मुबारकबाद देना। सब तो पहला तो मैं साडे सीनियर साथी सरदार गुरबचन सिंह जी बब्बेहाली साहब सारे बब्बेहाली नगर नूं सारी छिंज की प्रबंधकी कमेटी नूं बधाई दिना कि हर साल की तरह इस बार भी इन्हां ने छिंज का जिहड़ा प्रोग्राम का सारा प्रबंध है बहुत वधिया तरीके दे नाल कीता और बड़ी कामयाब जिहड़ी छिंज है ਜਿਹੜੀ मैं कह सकता पंजाब ਦੇ ਵਿੱਚੋਂ ਇੱਕ ਨਾਮੀ ਛਿੰਝ ਮੇਲਾ ਜਿਹੜਾ ਬੱਬੇਹਾਲੀ ਦੇ ਵਿੱਚ ਹੁੰਦਾ। ਇਸ ਕਰਕੇ ਪਿੱਛੇ ਕੋਵਿਡ ਕਰਕੇ ਗੈਪ ਪੈ ਗਿਆ ਸੀ ਪਰ ਬੱਬੇਹਾਲੀ ਸਾਹਿਬ ਤੇ ਸਾਥੀਆਂ ਨੇ ਹਿੰਮਤ ਕਰਕੇ ਫਿਰ ਅੱਜ ਜਿਹੜਾ ਛਿੰਝ ਮੇਲੇ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹਨਾਂ ਸਾਰਿਆਂ ਨੂੰ ਤਹਿ ਦਿਲੋਂ ਤੋਂ ਮੈਂ ਵਧਾਈ ਦਿੰਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਉਹਨਾਂ ਨੂੰ ਚੰਗੇ ਪਾਸੇ ਲਾਉਣ ਵਾਸਤੇ ਖੇਡਾਂ ਦੇ ਵਿੱਚ ਉਤਸ਼ਾਹਿਤ ਕਰਨ ਵਾਸਤੇ ਜਿਹੜਾ ਬਹੁਤ ਜ਼ਰੂਰੀ ਹੈ। ਇਸ ਕਰਕੇ ਪਹਿਲਾਂ ਵੀ ਬਹੁਤ ਅੱਛਾ ਪ੍ਰਬੰਧ ਕਰਕੇ ਇਸ ਨਗਰ ਦੇ ਵਿੱਚ ਵੀ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਸਪੋਰਟਸ ਐਕਟੀਵਿਟੀਜ਼ ਨੂੰ ਐਨਕਰੇਜ ਕੀਤਾ ਔਰ ਅੱਜ ਵੀ ਆਪਣਾ ਖੇਡਾਂ ਪ੍ਰਤੀ ਉਹੀ ਪਿਆਰ ਦਿਖਾਉਂਦੇ ਹੋਏ ਫਿਰ ਇਹਨਾਂ ਨੇ ਛਿੰਝ ਮੇਲੇ ਦਾ ਆਯੋਜਨ ਕੀਤਾ। ਇਹਨਾਂ ਨੂੰ ਬਹੁਤ ਬਹੁਤ ਵਧਾਈ। ਚੀਮਾ ਸਾਹਿਬ ਈਡੀ ਤੇ ਵਿਜੀਲੈਂਸ ਦੀਆਂ ਜਿਹੜੀਆਂ ਰੇਡਾਂ ਹੋਣ ਡੀਆਂ ਛਾਪੇਮਾਰੀਆਂ ਹੋਣ ਡੀਆਂ ਮਿਨਿਸਟਰਾਂ ਨੂੰ ਅੰਦਰ ਕੀਤਾ ਜਾ ਰਿਹਾ ਉਹਨਾਂ ਦੇ ਆਰੋਪ ਲੱਗ ਰਿਹਾ ਕਿਸ ਤਰੀਕੇ ਨਾਲ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਦੇਖੋ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਕਰਪਸ਼ਨ ਦੇ ਖਿਲਾਫ ਅਗਰ ਸਰਕਾਰ ਚਾਹੇ ਕੋਈ ਕੇਂਦਰ ਸਰਕਾਰ ਐਕਸ਼ਨ ਕਰਦੀ ਹੈ ਚਾਹੇ ਸੂਬੇ ਦੀ ਸਰਕਾਰ ਕਰਦੀ ਹੈ ਵਾਕਿਆ ਹੀ ਕਿਸੇ ਨੇ ਕਰਪਸ਼ਨ ਕੀਤੀ ਹੈ ਤਾਂ ਅਸੀਂ ਹੋਲ ਹਾਰਟਡਲੀ ਸਪੋਰਟ ਕਰਦੇ ਹਾਂ ਕਿ ਉਸ ਬੰਦੇ ਤੇ ਐਕਸ਼ਨ ਹੋਣਾ ਚਾਹੀਦਾ। ਕਰਪਸ਼ਨ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ। ਇਸ ਕਰਕੇ ਜਿਹੜਾ ਸਹੀ ਕੰਮ ਕਿਤੇ ਹੁੰਦਾ ਤੇ ਉਹਦਾ ਅਸੀਂ ਹਮੇਸ਼ਾ ਹੀ ਸਵਾਗਤ ਕਰਦੇ। ਇਹ ਸਹੀ ਹੋ ਰਿਹਾ ਕਿ ਗਲਤ ਜੀ? ਪਰ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਆਰਟ ਦੇ ਵਿੱਚ
ਕਿਤੇ ਵੀ ਪੋਲੀਟੀਕਲ ਮਿਸਯੂਜ਼ ਕਿਸੇ ਵੀ ਏਜੰਸੀ ਦਾ ਨਹੀਂ ਹੋਣਾ ਚਾਹੀਦਾ। ਜੇ ਪੋਲੀਟੀਕਲ ਮਿਸਯੂਜ਼ ਹੁੰਦਾ ਤਾਂ ਉਹਦਾ ਮੈਂ ਸਮਝਦਾ ਕਿ ਉਹਨੂੰ ਸਾਰਿਆਂ ਨੂੰ ਰਲ ਕੇ ਕੰਡੈਮ ਵੀ ਕਰਨਾ ਚਾਹੀਦਾ। ਉਹਦੇ ਨਾਲ ਕ੍ਰੈਡੀਬਿਲਿਟੀ ਜਿਹੜੀ ਏਜੰਸੀਆਂ ਦੀ ਆ ਉਹ ਐਟ ਸਟੇਕ ਹੋ ਜਾਂਦੀ, ਕਿਉਂਕਿ ਏਜੰਸੀਆਂ ਚੰਗਾ ਕੰਮ ਕਰਨ, ਕਰਪਸ਼ਨ ਨੂੰ ਬਾਹਰ ਕੱਢਣ, ਜਿਹੜੇ ਕਰਪਟ ਬੰਦੇ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ, ਇਹ ਤਾਂ ਦੇਸ਼ ਦੇ ਭਲੇ ਦੇ ਵਿੱਚ ਆ। ਪਰ ਇਹਦੇ ਸਹਾਰੇ ਜੇ ਕੋਈ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ, ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ, ਤੇ ਉਹਨੂੰ ਕਦੀ ਵੀ ਅਸੀਂ ਸਪੋਰਟ ਨਹੀਂ ਕਰਾਂਗੇ। ਇਸ ਕਰਕੇ ਹੁਣ ਦਿੱਲੀ ਦੇ ਵਿੱਚ ਜਿਹੜਾ ਕੇਜਰੀਵਾਲ ਦੇ ਖਿਲਾਫ ਔਰ ਮਨੀਸ਼ ਸਿਸੋਦੀਆ ਦੇ ਖਿਲਾਫ ਜਿਹੜੀ ਵੱਡੀ ਇਨਕੁਆਇਰੀ ਸੀਬੀਆਈ ਦੀ ਚੱਲ ਰਹੀ ਹੈ, ਉਹਨੂੰ ਵੀ ਜੇ ਕੋਈ ਕਹੇ ਕਿ ਇਹ ਬਦਲਾਖੋਰੀ ਦੀ ਕਾਰਵਾਈ ਹੈ, ਤੇ ਫਿਰ ਮੈਂ ਸਮਝਦਾ ਕਿ ਇਹ ਜਿਹੜੇ ਉਦੋਂ ਐਡੇ ਵੱਡੇ ਨਾਟਕ ਕਰਦੇ ਸੀ ਕੇਜਰੀਵਾਲ ਕਿ ਅਸੀਂ ਦੇਸ਼ ਦੇ ਵਿੱਚੋਂ ਕਰਪਸ਼ਨ ਖਤਮ ਕਰਨੀ ਹੈ, ਤਾਂ ਫਿਰ ਇਹ ਇਹਨਾਂ ਦਾ ਉਹ ਸਾਰਾ ਢੋਂਗ ਸੀ। ਕਿਉਂਕਿ ਜੋ ਕੁਝ ਦਿੱਲੀ ਦੇ ਵਿੱਚ ਐਕਸਾਈਜ਼ ਪਾਲਿਸੀ ਦੇ ਵਿੱਚ ਹੋਇਆ, ਇਹ ਕਦੀ ਨਹੀਂ ਸੀ ਸੁਣਿਆ ਕਿ ਕਿਸੇ ਸਰਕਾਰ ਦੇ ਵਿੱਚ ਠੇਕੇਦਾਰ ਆਪ ਬਹਿਣਗੇ ਹੋਟਲਾਂ ਦੇ ਵਿੱਚ, ਪਾਰਟੀਆਂ ਦੇ ਲੀਡਰ ਬਹਿਣਗੇ, ਉੱਥੇ ਸੌਦੇ ਹੋਣਗੇ ਕਿ ਸਾਨੂੰ ਇੰਨਾ ਪੈਸਾ ਚਾਹੀਦਾ, ਤੇ ਉਹਦੇ ਸੌਦੇ ਦੇ ਮੁਤਾਬਕ ਫਿਰ ਪਾਲਿਸੀ ਜਿਹੜੀ ਬਣਾ ਕੇ ਠੇਕੇਦਾਰਾਂ ਨੂੰ ਦਿੱਤੀ ਜਾਏਗੀ। ਇਹ ਦਿੱਲੀ ਦੇ ਵਿੱਚ ਹੋਇਆ, ਔਰ ਜੋ ਦਿੱਲੀ ਦੇ ਵਿੱਚ ਹੋਇਆ ਉਹ ਸੇਮ ਉਹਦਾ ਮਾਡਲ ਜਿਹੜਾ ਹੈਗਾ, ਕਿਉਂਕਿ ਇੱਥੇ ਦਿੱਲੀ ਮਾਡਲ ਨੂੰ ਬੜਾ ਪੰਜਾਬ ਦੇ ਵਿੱਚ ਪ੍ਰਚਾਰਿਆ ਜਾਂਦਾ। ਜਿਵੇਂ ਐਜੂਕੇਸ਼ਨ 'ਚ ਕਹਿੰਦੇ ਸੀ ਨਾ ਵੀ ਝੂਠਾ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਨਾ, ਇੱਥੇ ਸ਼ਰਾਬ ਦੇ ਵਿੱਚ ਦਿੱਲੀ ਦਾ ਮਾਡਲ ਇਹਨਾਂ ਨੇ ਜਿਹੜਾ ਉਹ ਲਾਗੂ ਕਰਨਾ। ਇੱਥੇ ਵੀ ਰਾਘਵ ਚੱਡੇ ਵਰਗੇ ਪਾਰਟੀ ਦੇ ਲੀਡਰ, ਇੱਕ ਹੋਰ ਨਈਅਰ ਹੈਗਾ ਮਿਸਟਰ, ਇਹਨਾਂ ਦੀ ਪਾਰਟੀ ਦਾ ਹੀ ਆਗੂ ਆ, ਉਹ ਬੰਦੇ, ਇੱਥੇ ਵੀ ਹੋਟਲਾਂ ਦੇ ਵਿੱਚ ਮੀਟਿੰਗਾਂ ਹੋਈਆਂ। ਇੱਥੇ ਵੀ 5% ਤੋਂ ਪ੍ਰੋਫਿਟ ਵਧਾ ਕੇ 10% ਕੀਤਾ ਗਿਆ, ਜਿਹੜਾ ਕਿ ਜਦੋਂ ਤੁਸੀਂ ਇਕੱਠਾ ਕਰਦੇ ਹੋ ਤੇ 500 ਕਰੋੜ ਤੋਂ ਵੱਧ ਦਾ ਫਾਇਦਾ ਜਿਹੜਾ ਉਹਨਾਂ ਨੂੰ ਦੇਣ ਦੀ ਜਿਹੜੀ ਠੇਕੇਦਾਰਾਂ ਨੂੰ ਕੋਸ਼ਿਸ਼ ਕੀਤੀ ਗਈ। ਔਰ ਜਿਨ੍ਹਾਂ ਵਾਸਤੇ ਪਾਲਿਸੀ ਬਣਾਉਣੀ ਸੀ ਉਹ ਇੱਥੇ ਵੀ ਚੰਡੀਗੜ੍ਹ ਦੇ ਹੋਟਲਾਂ 'ਚ ਵੀ ਆ ਕੇ ਪੈਂਦੇ ਨੇ। ਅੱਜ ਸਾਡੇ ਪ੍ਰਧਾਨ ਸਾਹਿਬ ਤੇ ਸਾਡਾ ਡੈਲੀਗੇਸ਼ਨ ਗਵਰਨਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਇਆ ਕਿ ਅਸੀਂ ਸੀਬੀਆਈ ਦੀ ਤੇ ਈਡੀ ਦੀ ਇਨਕੁਆਇਰੀ ਪੰਜਾਬ ਦੀ ਜਿਹੜੀ ਇੱਥੇ ਐਕਸਾਈਜ਼ ਪਾਲਿਸੀ ਆ ਇਹਦੇ ਵਿੱਚ ਵੀ ਹੋਣੀ ਚਾਹੀਦੀ ਹੈ, ਤਾਂ ਜੋ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਹਮਣੇ ਆਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜੇ ਕੱਟੜ ਇਮਾਨਦਾਰ ਦਾ ਨਵਾਂ ਇਹਨਾਂ ਨੇ ਟੈਗ ਆਪਣੇ ਨਾਂ ਨਾਲ ਜੋੜਿਆ, ਇਹਦੇ ਵਿੱਚ ਇਹਨਾਂ ਦੇ ਕਿੰਨੀ ਵੱਡੀ ਕਰਪਸ਼ਨ ਇਹਨਾਂ ਨੇ ਕੱਢੀ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਕੀਤੀ। ਸਰ ਮਹੱਲਾ ਕਲੀਨਿਕ ਦਾ ਦੇਖਦੇ ਹੋ, ਪੰਜਾਬ ਦੇ ਡਾਕਟਰ ਤੇ ਪੂਰੇ ਹੋ ਨਹੀਂ ਰਹੇ ਹਸਪਤਾਲਾਂ ਦੇ ਵਿੱਚ, ਮਹੱਲਾ ਕਲੀਨਿਕ ਖੋਲੇ ਜਾ ਰਹੇ ਆ, ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਮਹੱਲਾ ਕਲੀਨਿਕ ਦਾ ਮਾਡਲ ਜਿਹੜਾ ਹੈਗਾ ਉਹ ਫੇਲ ਮਾਡਲ। ਇਹ ਜਿਹੜੇ ਬਣਾਏ ਗਏ ਸੀ ਸੇਵਾ ਕੇਂਦਰ, ਇਹਦੀ ਜਿਹੜੀ ਚੋਣ ਕੀਤੀ ਗਈ ਸੀ ਉਸ ਵੇਲੇ ਸਾਡੇ ਨੁਮਾਇੰਦਿਆਂ ਵੱਲੋਂ, ਸਥਾਨਕ ਪ੍ਰਸ਼ਾਸਨ ਵੱਲੋਂ, ਇਹ ਵੱਡੇ ਪਿੰਡ ਚੁਣ ਕੇ ਤੇ ਉੱਥੇ ਲੋਕਾਂ ਨੂੰ 100 ਤੋਂ ਵੱਧ ਸਹੂਲਤਾਂ ਦੇਣ ਵਾਸਤੇ ਇਹ ਸੇਵਾ ਕੇਂਦਰ ਬਣਾਏ ਗਏ ਸੀ। ਇੱਕ ਛੋਟੀ ਜਿਹੀ ਇਮਾਰਤ ਜਿਹਦੇ 'ਚ ਹਰ ਤਰ੍ਹਾਂ ਦਾ ਕੰਪਿਊਟਰ ਦਾ ਬਾਕੀ ਸਾਰਾ ਪ੍ਰਬੰਧ ਸਟਾਫ ਦਾ ਕੀਤਾ ਗਿਆ ਸੀ, ਜਿੱਥੇ ਖਿੜਕੀ ਦੇ ਵਿੱਚੋਂ ਆ ਕੇ ਡਾਕੂਮੈਂਟ ਪਿੰਡ ਦਾ ਬੰਦਾ ਫੜਾ ਕੇ ਜਾਂਦਾ ਸੀ ਤੇ ਆਪਣਾ ਉਹਦਾ ਡਾਕੂਮੈਂਟ ਬਣ ਕੇ ਉਹਨੂੰ ਉੱਥੇ ਮਿਲ ਜਾਂਦਾ ਸੀ। ਇਹ ਤਕਰੀਬਨ ਉਹਨਾਂ ਵੱਡੇ ਪਿੰਡਾਂ 'ਚ ਬਣੇ ਹੈ ਜਿੱਥੇ ਪਹਿਲੇ ਹੈਲਥ ਸੈਂਟਰ ਹੈਗੇ, ਸ਼ਹਿਰਾਂ ਦੇ ਵਿੱਚ ਬਣੇ ਆ ਜਿੱਥੇ ਆਲਰੇਡੀ ਸਿਵਲ ਹਸਪਤਾਲ ਹੈਗੇ। ਇਸ ਕਰਕੇ ਇਹਨਾਂ ਦੀ ਚੋਣ ਜਿਹੜੇ ਸੈਂਟਰ ਬਣਾਉਣ ਦੀ ਕੀਤੀ ਗਈ ਸੀ ਉਹ ਹੋਰ ਮਨੋਰਥ ਨਾਲ ਕੀਤੀ ਗਈ ਸੀ, ਔਰ ਉਹਨਾਂ ਥਾਵਾਂ ਦੇ ਉੱਤੇ ਜੇ ਹੁਣ ਪਹਿਲਾਂ ਹੈਲਥ ਸੈਂਟਰ ਬਣਿਆ, ਜੇ ਉੱਥੇ ਸਿਵਲ ਹਸਪਤਾਲ ਗੁਰਦਾਸਪੁਰ ਹੈ ਫਰਜ਼ ਕਰ ਲਓ, ਇੱਥੇ ਸਿਵਲ ਹਸਪਤਾਲ ਪਹਿਲਾਂ ਚੱਲਦਾ, ਉੱਥੇ ਤੁਸੀਂ ਛੋਟਾ ਜਿਹਾ ਇੱਕ ਸੈਂਟਰ ਬਣਾ ਕੇ ਤੇ ਉੱਥੋਂ ਹੀ ਸਿਵਲ ਹਸਪਤਾਲ ਚੋਂ ਕੱਢ ਕੇ 4 ਬੰਦੇ ਇੱਥੇ ਬਿਠਾ ਦਿਓਗੇ ਤੇ ਉੱਥੇ ਵਾਲੇ ਮਰੀਜ਼ਾਂ ਦਾ ਵੀ ਨੁਕਸਾਨ ਹੋਇਆ ਤੇ ਇੱਥੇ ਵਾਲਿਆਂ ਨੇ ਕੋਈ ਸਵਾਰ ਨਹੀਂ ਸਕਣਾ ਕਿਉਂਕਿ ਜਗ੍ਹਾ ਬਹੁਤ ਛੋਟੀ ਹੈ। ਇਸ ਕਰਕੇ ਇਹ ਤਾਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਆ, ਔਰ ਕਰਪਸ਼ਨ ਦਾ ਬਹੁਤ ਵੱਡਾ ਜ਼ਰੀਆ ਕਿ ਸਾਰੀਆਂ ਬਿਲਡਿੰਗਾਂ ਨਵੀਆਂ ਬਣਾਈਆਂ ਸੀ ਤੁਹਾਡੇ ਸਾਹਮਣੇ ਆ, ਉਹਨਾਂ 'ਚ ਏਸੀ ਵੀ ਲਾਏ ਸੀ, ਉਹਨਾਂ 'ਚ ਫਰਨੀਚਰ ਵੀ ਦਿੱਤਾ ਸੀ, ਕੰਪਿਊਟਰ ਵੀ ਦਿੱਤੇ ਸੀ, ਤੇ 20 ਲੱਖ ਰੁਪਈਆ ਇੱਕ ਇੱਕ ਦਾ ਦੇ ਕੇ 75 ਖੋਲ ਰਿਹਾ, 15 ਕਰੋੜ ਰੁਪਈਆ ਇਹਨਾਂ ਦੇ ਰੰਗ ਰੋਗਨ ਤੇ ਲੱਗ ਗਿਆ। ਹੁਣ ਉਹ ਭਗਵੰਤ ਮਾਨ ਜੀ ਦੀ ਜਿਹੜੀ ਫੋਟੋ ਲੱਗੀ ਸਾਨੂੰ ਤਾਂ ਬਹੁਤ ਮਹਿੰਗੀ ਪਈ ਪੰਜਾਬ ਨੂੰ। ਇੰਨੀ ਛੋਟੀ ਜਿਹੀ ਥਾਂ ਦੇ ਵਿੱਚ 20 ਲੱਖ ਦਾ ਪੇਂਟ ਕਰਨ ਦਾ ਜਿਹੜਾ ਐਸਟੀਮੇਟ ਬਣਿਆ ਉਹ ਬਹੁਤ ਵੱਡੀ ਕਰਪਸ਼ਨ। ਉਹਦੀ ਕੋਈ ਗੱਲ ਨਹੀਂ ਕਰਦੇ ਸੀ, ਕਿੰਨੀ ਵਾਰੀ ਵੀ ਇਸ਼ੂ ਰੇਜ਼ ਕੀਤਾ। ਇਹ ਤਾਂ ਪੈਸੇ ਹੜੱਪਣ ਦਾ ਇੱਕ ਤਰੀਕਾ ਸੀ, ਹੋਰ ਕੋਈ ਇਹਦਾ ਕੋਈ ਲਾਭ ਪੰਜਾਬ ਨੂੰ ਨਹੀਂ ਹੋਣਾ, ਕਿਉਂਕਿ ਉਨੀ ਛੋਟੀ ਥਾਂ ਦੇ ਵਿੱਚ ਕੋਈ ਨਾ ਹਸਪਤਾਲ ਕੰਮ ਕਰ ਸਕਦਾ ਨਾ ਚੱਲ ਸਕਦਾ। ਸਿਰਫ ਦੂਜੇ ਥਾਵਾਂ ਤੋਂ ਸਟਾਫ ਕੱਢ ਕੇ ਜਿਹੜੇ ਸੈਂਟਰ ਚੱਲਦੇ ਸੀ
ਉਹ ਬੰਦ ਹੋ ਜਾਣਗੇ। ਡੁਪਲੀਕੇਸੀ ਦਾ ਇੰਨਾ ਨੁਕਸਾਨ ਜ਼ਰੂਰ ਹੋਏਗਾ, ਇਹਦਾ ਫਾਇਦਾ ਪੰਜਾਬ ਨੂੰ ਕੋਈ ਨਹੀਂ। ਜਿਵੇਂ ਸਰ ਹਿਮਾਚਲ ਵੀ ਡਾਊਨਲੋਡ ਕਰਤਾ, ਅੱਜ ਬੀਬੀਆਂ ਦਾ 1000 ਰੁਪਏ ਦਾ ਕਿ ਪੰਜਾਬ ਨੂੰ ਦਿੱਤਾ ਨਹੀਂ ਦਿੱਤਾ ਨਹੀਂ ਜਾਂਦੀ। ਦੇਖੋ ਇਹ ਠੱਗੀ ਦਾ ਟੋਲਾ ਚੱਲਦਾ ਪਿਆ, ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਹੁਣ ਇਦਾਂ ਹੀ ਅਸੀਂ ਇੱਕ ਸਟੇਟ ਕਰਕੇ ਠੱਗੀ ਚੱਲਾਂਗੇ, ਨਹੀਂ ਕੰਮ ਚੱਲਦਾ। ਸੁਖਬੀਰ ਬਾਦਲ ਨੂੰ ਜਿਹੜੀ ਸਮਨਿੰਗ ਹੋਈ ਉਹਦੇ ਬਾਰੇ ਕਹਿਣਾ ਚਾਹੋਗੇ? ਦੇਖੋ ਸਾਨੂੰ ਕਦੀ ਵੀ ਇਸ ਗੱਲ ਦੇ ਉੱਤੇ ਅਸੀਂ ਇਤਰਾਜ਼ ਨਹੀਂ ਕੀਤਾ। ਕਿਸੇ ਵੀ ਏਜੰਸੀ ਨੂੰ ਸਾਡੇ ਸਹਿਯੋਗ ਦੀ ਲੋੜ ਹੋਵੇ ਤੇ ਜਿੰਨੂੰ ਵੀ ਕਿਸੇ ਨੂੰ ਸੰਮਣ ਆਏ ਆ, ਪਹਿਲਾਂ ਵੀ ਵੱਡੇ ਬਾਲ ਸਾਹਿਬ ਨੂੰ ਵੀ ਆਏ ਤੇ ਉਹਨਾਂ ਨੇ ਵੀ ਸਹਿਯੋਗ ਕੀਤਾ। ਇਸੇ ਹੀ ਸਿੱਟ ਕੋਲੇ ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਜਾ ਕੇ ਆਏ, ਕੋਈ ਨਵੀਂ ਗੱਲ ਨਹੀਂ ਹੈ। ਫੇਰ ਸੱਦਿਆ ਸੀ, ਫੇਰ 14 ਤਰੀਕ ਨੂੰ ਜਾਣਾ। ਹੁਣ ਜਿਹੜੀ ਬਾਈਬਲ ਖੜਾਵੜੀ ਸਿੱਟ ਤੇ ਵੀ ਆ ਗਿਆ, ਉੱਥੇ ਵੀ ਜਾਵਾਂ, ਕੋਈ ਗੱਲ। ਪਰ ਇਹ ਜਿਹੜੀ ਹੈ ਸਰਕਾਰ ਨੂੰ ਇਹਨਾਂ ਗੱਲਾਂ ਦੇ ਉੱਤੇ ਹੁਣ ਰਾਜਨੀਤੀ ਦਾ ਸਿਖਰ ਹੋ ਚੁੱਕਿਆ। ਧਰਮ ਪਰਿਵਰਤਨ ਵਾਲੀ ਕਨਸਪੀਰੇਸੀ ਚੱਲ ਰਹੀ ਹੈ ਜੀ। ਕਈ ਇਹ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਵੀ ਬਣ ਗਈ ਹੈ। ਕੱਲ ਇੱਥੇ ਜਿਵੇਂ ਦੇਖੋ ਜਿਹੜਾ ਧਰਮ ਪਰਿਵਰਤਨ ਦਾ ਜਿਹੜਾ ਇਸ਼ੂ ਉੱਠ ਰਿਹਾ, ਇਹਦੇ ਤੇ ਸਾਰੀਆਂ ਧਿਰਾਂ ਨੂੰ ਸਾਨੂੰ ਬੜੇ ਸੰਜਮ ਦੇ ਨਾਲ ਤੇ ਸਿਆਣਪ ਦੇ ਨਾਲ ਜਿਹੜਾ ਇਹ ਸਮਝਣਾ ਚਾਹੀਦਾ ਹੈ ਕਿ ਕਿਤੇ ਕੋਈ ਤਾਕਤ ਜਿਹੜੀ ਹੈ ਸਾਨੂੰ ਪਿੱਛੇ ਲੜਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ, ਕਿਉਂਕਿ ਜਬਰੀ ਧਰਮ ਪਰਿਵਰਤਨ ਦੇ ਹਮੇਸ਼ਾ ਸਿੱਖ ਧਰਮ ਖਿਲਾਫ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਆਪਣੀ ਕੁਰਬਾਨੀ ਜਿਹੜੀ ਦਿੱਤੀ ਸੀ, ਉਹ ਉਸ ਵੇਲੇ ਜਿਹੜਾ ਜ਼ਬਰਦਸਤੀ ਲੋਕਾਂ ਦਾ ਧਰਮ ਤਬਦੀਲ ਕੀਤਾ ਗਿਆ ਸੀ, ਉਹਦੇ ਖਿਲਾਫ ਦਿੱਤਾ ਸੀ। ਕਾਰਨ ਹੀ ਐਡਾ ਵੱਡਾ ਕੋਈ ਇਤਿਹਾਸ ਹੋਰ ਕਿਤੇ ਹੈ ਨਹੀਂ। ਪਰ ਜਬਰੀ ਧਰਮ ਪਰਿਵਰਤਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਪਰ ਇਸ ਮੁੱਦੇ ਨੂੰ ਕੋਈ ਰਾਜਨੀਤਿਕ ਰੰਗਤ ਦੇ ਕੇ ਤੇ ਜਿਹੜਾ ਭਾਈਚਾਰੇ ਨੂੰ ਆਪੋ 'ਚ ਲੜਾਉਣ ਦੀ ਵੀ ਕੋਸ਼ਿਸ਼ ਨਾ ਕਰੇ। ਉਹਨਾਂ ਚਾਲਾਂ ਤੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਰਹਿਣ ਦੀ ਲੋੜ।